ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜਾਬੀ ਗਿਆਨ ਸਾਗਰ ਦੇ ਵਿੱਚ। ਅੱਜ ਅਸੀਂ ਪੰਜਾਬੀ ਸਾਹਿਤ ਨਾਲ ਜੁੜੇ ਕੁਝ ਮਹੱਤਵਪੂਰਨ ਪ੍ਰਸ਼ਨ ਕਰਾਂਗੇ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਪੰਜਾਬੀ ਸਾਹਿਤ ਦਾ ਵਰਡਸਵਰਥ ਕਿਸ ਕਵੀ ਨੂੰ ਕਿਹਾ ਜਾਂਦਾ ਹੈ? ਮੈਂ ਰਿਪੀਟ ਕਰਦੀ ਹਾਂ, ਪੰਜਾਬੀ ਸਾਹਿਤ ਦਾ ਵਰਡਸਵਰਥ ਕਿਸ ਕਵੀ ਨੂੰ ਕਿਹਾ ਜਾਂਦਾ ਹੈ? ਤਾਂ ਇਸ ਦਾ ਉੱਤਰ ਹੈ ਭਾਈ ਵੀਰ ਸਿੰਘ ਨੂੰ। ਅਗਲਾ ਪ੍ਰਸ਼ਨ ਹੈ, ਪੰਜਾਬੀ ਭਾਸ਼ਾ ਦਾ ਮੁੱਢਲਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ? ਜੇ ਗੱਲ ਆਵੇ ਮੁੱਢਲੇ ਕਵੀ ਦੀ ਤਾਂ ਬਾਬਾ ਫਰੀਦ ਜੀ ਨੂੰ। ਅਗਲਾ ਪ੍ਰਸ਼ਨ ਹੈ, ਪੰਜਾਬੀ ਦਾ ਪਹਿਲਾ ਸਟੇਜੀ ਨਾਟਕਕਾਰ ਕੌਣ ਹੈ? ਤਾਂ ਉੱਤਰ ਹੈ ਡਾਕਟਰ ਹਰਚਰਨ ਸਿੰਘ। ਅਗਲਾ ਪ੍ਰਸ਼ਨ ਹੈ, ਪੰਜਾਬੀ ਸਾਹਿਤ ਖੋਜ ਦਾ ਮੋਢੀ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਸ ਦਾ ਉੱਤਰ ਹੈ ਬਾਬਾ ਬੁੱਧ ਸਿੰਘ। ਅਗਲਾ ਪ੍ਰਸ਼ਨ ਹੈ, ਪੰਜਾਬੀ ਕੋਸ਼ ਦਾ ਮੋਢੀ ਕੋਸ਼ਕਾਰ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ ਇਸ ਦਾ ਉੱਤਰ ਹੈ ਵਿਸ਼ਨ ਦਾਸ। ਅਗਲਾ ਪ੍ਰਸ਼ਨ ਹੈ, ਸੱਸੀ ਪੁੰਨੂ ਦਾ ਸਭ ਤੋਂ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ? ਤਾਂ ਇਸ ਦਾ ਉੱਤਰ ਹੈ ਹਾਸ਼ਮ। ਅਗਲਾ ਪ੍ਰਸ਼ਨ, ਪੂਰਨ ਭਗਤ ਦਾ ਸਭ ਤੋਂ ਵੱਧ ਪ੍ਰਸਿੱਧ ਕਿੱਸਾ ਕਿਸ ਨੇ ਲਿਖਿਆ? ਉੱਤਰ ਕਾਦਰੀਆਰ ਨੇ। ਅਗਲਾ ਪ੍ਰਸ਼ਨ, ਮਿਰਜ਼ਾ ਸਾਹਿਬਾ ਦੇ ਸਭ ਤੋਂ ਪ੍ਰਸਿੱਧ ਕਿੱਸੇ ਦੀ ਰਚਨਾ ਕਿਸ ਨੇ ਕੀਤੀ? ਉੱਤਰ ਪੀਲੂ ਨੇ। ਅਗਲਾ ਪ੍ਰਸ਼ਨ, ਪਹਿਲਾ ਪੰਜਾਬੀ ਸੂਫੀ ਕਵੀ ਹੋਣ ਦਾ ਮਾਣ ਕਿਸ ਨੂੰ ਹਾਸਿਲ ਹੈ? ਸੂਫੀ ਕਵੀ, ਪਹਿਲਾ ਪੰਜਾਬੀ ਸੂਫੀ ਕਵੀ। ਉੱਤਰ ਬਾਬਾ ਫਰੀਦ ਜੀ ਨੂੰ। ਅਗਲਾ ਪ੍ਰਸ਼ਨ, ਪੰਜਾਬੀ ਭਾਸ਼ਾ ਦਾ ਪਹਿਲਾ ਅਖਬਾਰ ਕਿਹੜਾ ਹੈ? ਤਾਂ ਇਸ ਦਾ ਉੱਤਰ ਹੈ ਪੰਜਾਬ ਗਜ਼ਟੀਅਰ। ਪੰਜਾਬ ਗਜ਼ਟੀਅਰ। ਅਗਲਾ ਪ੍ਰਸ਼ਨ ਹੈ, ਪੰਜਾਬੀ ਸਾਹਿਤ ਦਾ ਬਾਬਾ ਬੋੜ ਕਿਸ ਨੂੰ ਕਿਹਾ ਜਾਂਦਾ ਹੈ? ਪੰਜਾਬੀ ਸਾਹਿਤ ਦਾ, ਆਲ ਓਵਰ ਸਾਹਿਤ ਦਾ ਤਾਂ ਭਾਈ ਵੀਰ ਸਿੰਘ ਨੂੰ। ਅਗਲਾ ਪ੍ਰਸ਼ਨ, ਪੰਜਾਬ ਸੰਗੀਤ ਨਾਟਕ ਕਲਾ ਅਕੈਡਮੀ ਕਿੱਥੇ ਸਥਿਤ ਹੈ? ਤਾਂ ਇਸ ਦਾ ਉੱਤਰ ਹੈ ਚੰਡੀਗੜ੍ਹ ਵਿੱਚ। ਅਗਲਾ ਪ੍ਰਸ਼ਨ, ਤੂਤਾਂ ਵਾਲਾ ਖੂਹ ਕਿਸ ਦੀ ਰਚਨਾ ਹੈ? ਤਾਂ ਇਸ ਦਾ ਉੱਤਰ ਹੈ ਸੋਹਣ ਸਿੰਘ ਸੀਤਲ। ਅਗਲਾ ਪ੍ਰਸ਼ਨ, ਆਟੇ ਦੀਆਂ ਚਿੜੀਆਂ ਕਿਸ ਦੀ ਰਚਨਾ ਹੈ? ਉੱਤਰ ਸ਼ਿਵ ਕੁਮਾਰ ਬਟਾਲਵੀ। ਹੀਰ ਰਾਂਝੇ ਦਾ ਕਿੱਸਾ ਸਭ ਤੋਂ ਪਹਿਲਾਂ ਕਿਸ ਨੇ ਲਿਖਿਆ? ਤਾਂ ਇਸ ਦਾ ਉੱਤਰ ਹੈ ਦਮੋਦਰ। ਅਗਲਾ ਪ੍ਰਸ਼ਨ, ਸਾਵੇ ਪੱਤਰ ਸਾਹਿਤ ਦਾ ਕਿਹੜਾ ਰੂਪ ਹੈ? ਉੱਤਰ ਕਵਿਤਾ। ਅਗਲਾ ਪ੍ਰਸ਼ਨ, ਅਣਵਿਆਹੀ ਮਾਂ ਕਿਸ ਦੀ ਰਚਨਾ ਹੈ? ਇਸ ਦਾ ਉੱਤਰ ਹੈ ਗੁਰਬਖਸ਼ ਸਿੰਘ। ਲੋਹਾ ਕੁੱਟ ਕਿਸ ਦੀ ਰਚਨਾ ਹੈ? ਉੱਤਰ ਬਲਵੰਤ ਗਾਰਗੀ। ਇੱਕ ਦਿਲ ਬਿਕਾਊ ਹੈ ਸਾਹਿਤ ਦਾ ਕਿਹੜਾ ਰੂਪ ਹੈ? ਇਸ ਦਾ ਉੱਤਰ ਹੈ ਨਾਵਲ। ਅਗਲਾ ਪ੍ਰਸ਼ਨ, ਚਿੱਟਾ ਲਹੂ ਕਿਸ ਦੀ ਰਚਨਾ ਹੈ? ਉੱਤਰ ਨਾਨਕ ਸਿੰਘ। ਅਗਲਾ ਪ੍ਰਸ਼ਨ, ਮਟਕ ਹੁਲਾਰੇ ਸਾਹਿਤ ਦਾ ਕਿਹੜਾ ਰੂਪ ਹੈ? ਇਸ ਦਾ ਉੱਤਰ ਹੈ ਕਾਵ ਸੰਗ੍ਰਹਿ। ਅਗਲਾ ਪ੍ਰਸ਼ਨ, ਰਸੀਦੀ ਟਿਕਟ ਕਿਸ ਦੀ ਰਚਨਾ ਹੈ? ਉੱਤਰ ਅੰਮ੍ਰਿਤਾ ਪ੍ਰੀਤਮ। ਅਗਲਾ ਪ੍ਰਸ਼ਨ, ਰਸੀਦੀ ਟਿਕਟ ਸਾਹਿਤ ਦਾ ਕਿਹੜਾ ਰੂਪ ਹੈ? ਤਾਂ ਸਵੈ ਜੀਵਨੀ। ਅਗਲਾ ਪ੍ਰਸ਼ਨ, ਪ੍ਰੀਤ ਲੜੀ ਦਾ ਮੁੱਢਲਾ ਸੰਪਾਦਕ ਕੌਣ ਸੀ? ਗੁਰਬਖਸ਼ ਸਿੰਘ ਪ੍ਰੀਤ ਲੜੀ। ਪੱਤਣ ਦੀ ਬੇੜੀ ਸਾਹਿਤ ਦਾ ਕਿਹੜਾ ਰੂਪ ਹੈ? ਉੱਤਰ ਇਕਾਂਗੀ। ਅਗਲਾ ਪ੍ਰਸ਼ਨ, ਲੂਣਾ ਕਿਸ ਦੀ ਰਚਨਾ ਹੈ? ਉੱਤਰ ਸ਼ਿਵ ਕੁਮਾਰ ਬਟਾਲਵੀ। ਅਗਲਾ ਪ੍ਰਸ਼ਨ, ਮੜੀ ਦਾ ਦੀਵਾ ਕਿਸ ਦੀ ਰਚਨਾ ਹੈ? ਉੱਤਰ ਗੁਰਦਿਆਲ ਸਿੰਘ, ਜਿਸ ਤੇ ਫਿਲਮ ਵੀ ਬਣੀ ਹੋਈ ਹੈ। ਅਗਲਾ ਪ੍ਰਸ਼ਨ, ਮਟਕ ਹੁਲਾਰੇ ਕਿਸ ਦੀ ਰਚਨਾ ਹੈ? ਉੱਤਰ ਭਾਈ ਵੀਰ ਸਿੰਘ। ਅਗਲਾ ਪ੍ਰਸ਼ਨ, ਪਹੁ ਫਟਾਲਾ ਸਾਹਿਤ ਦਾ ਕਿਹੜਾ ਰੂਪ ਹੈ? ਤਾਂ ਇਸ ਦਾ ਉੱਤਰ ਹੈ ਇਹ ਨਾਵਲ ਹੈ। ਅਗਲਾ ਪ੍ਰਸ਼ਨ, ਰਾਣਾ ਸੁਰਤ ਸਿੰਘ ਕਿਸ ਦੀ ਰਚਨਾ ਹੈ? ਉੱਤਰ ਭਾਈ ਵੀਰ ਸਿੰਘ ਦੀ। ਅਗਲਾ ਪ੍ਰਸ਼ਨ, ਪਵਿੱਤਰ ਪਾਪੀ ਕਿਸ ਦੀ ਰਚਨਾ ਹੈ? ਉੱਤਰ ਨਾਨਕ ਸਿੰਘ ਦੀ। ਅਗਲਾ ਪ੍ਰਸ਼ਨ, ਅੰਨੇ ਘੋੜੇ ਦਾ ਦਾਨ ਕਿਸ ਦੀ ਰਚਨਾ ਹੈ? ਉੱਤਰ ਗੁਰਦਿਆਲ ਸਿੰਘ। ਚਿੱਟਾ ਲਹੂ ਸਾਹਿਤ ਦਾ ਕਿਹੜਾ ਰੂਪ ਹੈ? ਉੱਤਰ ਨਾਵਲ। ਅਗਲਾ ਪ੍ਰਸ਼ਨ, ਜਿਉਂਦੀ ਲਾਸ਼ ਦਾ ਲੇਖਕ ਕੌਣ ਹੈ? ਤਾਂ ਇਸ ਦਾ ਉੱਤਰ ਹੈ ਕਪੂਰ ਸਿੰਘ ਘੁੰਮਣ। ਅਗਲਾ ਪ੍ਰਸ਼ਨ, ਦੁੱਧ ਦਾ ਛੱਪੜ ਕਿਸ ਦੀ ਰਚਨਾ ਹੈ? ਤਾਂ ਇਹ ਕੁਲਵੰਤ ਸਿੰਘ ਵਿਰਕ ਦੀ ਫੇਮਸ ਕਹਾਣੀ ਹੈ। ਅਗਲਾ ਪ੍ਰਸ਼ਨ, ਮਿੱਧੇ ਹੋਏ ਫੁੱਲ ਕੀ ਹੈ? ਤਾਂ ਇਹ ਕਹਾਣੀ ਸੰਗ੍ਰਹਿ ਹੈ। ਅਗਲਾ ਪ੍ਰਸ਼ਨ, ਸਹੀ ਜੋੜ ਮਿਲਾਉਣਾ ਹੈ ਆਪਣਾ, ਜਿਵੇਂ ਕਿ ਆ ਗਿਆ ਸੁਨਹਿਰੀ ਜਿਲਦ, ਹਿੰਦ ਦੀ ਚਾਦਰ, ਕੰਬ ਦੀ ਕਲਾਈ ਤੇ ਕਸੁੰਬੜਾ। ਤਾਂ ਇਹ ਆਪਾਂ ਇਹਨਾਂ ਨੂੰ ਲਿਖਣਾ ਹੈ ਕਿ ਕਿਸ ਕਿਸ ਦੇ ਨੇ। ਆਪਾਂ ਬਣਾਉਂਦੇ ਹਾਂ ਇਹਨਾਂ ਨੂੰ, ਜਿਵੇਂ ਹੈ ਇੱਕ ਸਾਈਡ ਤੇ ਪੁਸਤਕ ਦਾ ਨਾਮ,
ਇੱਕ ਸਾਈਡ ਤੇ ਉਹਨਾਂ ਦੇ ਲੇਖਕ ਆਪਾਂ ਦੱਸਣੇ ਹਨ ਕਿਸ ਦੀ ਹੈ। ਜਿਵੇਂ ਸੁਨਹਿਰੀ ਜਿਲਦ, ਹਿੰਦ ਦੀ ਚਾਦਰ, ਕੰਬ ਦੀ ਕਲਾਈ, ਕਸੁੰਬੜਾ, प्रोफेसर मोहन सिंह, भाई वीर सिंह, डॉक्टर हरचरण सिंह ते नानक सिंह। ये आपां मैचिंग करनी है केड़ा किसदा है, ठीक है। जिवें कि कंब दी कलाई आपां नूं साफ पता लगदा भाई वीर सिंह दी है, सुनहरी जिल्द नानक सिंह दी है, ठीक है। कसुंबड़ा मोहन सिंह दा है ते हिंद दी चादर डॉक्टर हरचरण सिंह दा है, ठीक है। आप इन्हें देख लेना। अगला प्रश्न, धूनी दी अग की है, ता यह नाटक है। अगला प्रश्न, खुले लेख की है, ता यह निबंध है। अगला प्रश्न, कटी पतंग की है, ता यह नावल है। अगला प्रश्न, मटक खुलारे दी की विधा है, ता यह कविता है। अगला प्रश्न, कागज ते कैनवस किस दी रचना है। उत्तर अमृता प्रीतम। अगला प्रश्न, सस्ती पुन्नू किस दी रचना है। जे किस्साकार ना दे के उंज ऑप्शंस दिते जान, जिवें कि दीवान वीर सिंह, पाश, संतोख सिंह धीर या करतार सिंह दुग्गल। तो इन्हां विचों उत्तर होगा दीवान वीर सिंह। अगला प्रश्न, पंजाबी भाषा विच खुली कविता दा मोडी कौन है। तो उत्तर प्रोफेसर पूरन सिंह। अगला प्रश्न, रसीदी टिकट किस लेखक दी स्वै जीवनी। तो उत्तर अमृता प्रीतम। अगला प्रश्न, पिंजर किस लेखक दी रचना है। तो उत्तर अमृता प्रीतम। अगला प्रश्न, हवा विच लिखे हर्फ किस दी रचना है। तो इसका उत्तर है सुरजीत पात्र। कटी पतंग साहित्य का केड़ा रूप है। तो उत्तर है नावल। अगला प्रश्न, अध खिड़िया फुल का लेखक कौन है। तो इसका उत्तर है सरदार नानक सिंह। अगला प्रश्न, कटी पतंग का लेखक कौन है। तो इसका उत्तर भी है नानक सिंह। अगला प्रश्न, धूनी दी अग दी रचना किसने की है। तो उत्तर है बलवंत गार्गी ने। अगला प्रश्न, धनी राम चातरिक केड़ी भाषा का लेखक है। उत्तर पंजाबी। खास तौर पर जंगनामा का लेखक कौन है। उत्तर शाह मुहम्मद। अगला प्रश्न, किस्सा राजा रसालू किस दी रचना है। उत्तर कादरियाल। अगला प्रश्न, दमोदर की रचना हीर का किस्सा केड़ी भाषा विच लिखा गया। तो इसका उत्तर है लैंदी भाषा विच। अगला प्रश्न, माला मणके का लेखक कौन है। उत्तर नरेंद्र सिंह कपूर। अगला प्रश्न, सीरी फरहाद किस दी रचना है। उत्तर हाशम शाह। अगला प्रश्न, नादर शाह दी वार का लेखक कौन है। उत्तर निजामत। अगला प्रश्न, युग बदल गया नावल का नावलकार कौन है। उत्तर सोहन सिंह सीधर। अगला प्रश्न, वगदे पानी साहित्य का केड़ा रूप है। उत्तर कविता। अगला प्रश्न, बर्फ दी अग नावल का नावलकार कौन है। तो उत्तर जसवंत सिंह कंवर। अगला प्रश्न, वगदे पानी का कवि कौन है। उत्तर दीवान सिंह कालेपानी। अगला प्रश्न, लाजवंती नामक कविता का कवि कौन है। तो उत्तर शिव कुमार बटालवी। अगला प्रश्न, पंज पानी का रचनहार कौन है। तो उत्तर प्रोफेसर मोहन सिंह। अगला प्रश्न, मिर्जा साहिबा का संबंध केड़े प्रांत नाल है। उत्तर चंग जो कि पाकिस्तान में है। अगला प्रश्न, सोहनी महिवाल का किस्सा लिखण वाला पहला रचनाकार कौन सी। उत्तर फजल शाह। पहला रचनाकार फजल शाह। सोभा सिंह का संबंध केड़े खेतर नाल है। उत्तर चित्रकारी नाल। यह प्रश्न आया भी होया पहला। अगला प्रश्न, शहजादा इज्जत बेग किस प्रेमी का नाम है। उत्तर महिवाल। महिवाल तो बाद मज्झां चराउण वाला। अगला प्रश्न, हीर रांझा दी मजार कित्थे स्थित है। उत्तर चंग। अगला प्रश्न, सोहनी महिवाल का संबंध केड़े दरिया नाल है। उत्तर चनाब। अगला प्रश्न,
ਕੱਚੇ ਘੜੇ ਦੀ ਘਟਨਾ ਕਿਸ ਪ੍ਰੇਮੀ ਜੋੜੇ ਨਾਲ ਸੰਬੰਧਿਤ ਹੈ? ਤਾਂ ਉੱਤਰ ਸੋਹਣੀ ਮਹੀਵਾਲ। ਅਗਲਾ ਪ੍ਰਸ਼ਨ, ਢੀਦੋ ਕਿਸ ਅਮਰ ਪ੍ਰੇਮੀ ਦਾ ਮੁੱਢਲਾ ਨਾਂ ਸੀ? ਤਾਂ ਉੱਤਰ ਰਾਂਝਾ। ਅਗਲਾ ਪ੍ਰਸ਼ਨ, ਹੀਰ ਰਾਂਝਾ ਕਿੱਸੇ ਵਿੱਚ ਕਿਹੜੇ ਦਰਿਆ ਦਾ ਜ਼ਿਕਰ ਕੀਤਾ ਗਿਆ ਹੈ? ਤਾਂ ਉੱਤਰ ਚਨਾਬ। ਅਗਲਾ ਪ੍ਰਸ਼ਨ, ਸੱਸੀ ਪੁੰਨੂ ਦਾ ਸੰਬੰਧ ਕਿਹੜੇ ਖੇਤਰ ਨਾਲ ਸੀ? ਤਾਂ ਇਸ ਦਾ ਉੱਤਰ ਹੈ ਸਿੰਧ। ਅਗਲਾ ਪ੍ਰਸ਼ਨ, ਸੋਹਣੀ ਮਹੀਵਾਲ ਦਾ ਸੰਬੰਧ ਕਿਹੜੇ ਖੇਤਰ ਨਾਲ ਹੈ? ਤਾਂ ਇਸ ਦਾ ਉੱਤਰ ਹੈ ਗੁਜਰਾਤ। ਅਗਲਾ ਪ੍ਰਸ਼ਨ, ਸੱਸੀ ਪੁੰਨੂ ਦਾ ਸੰਬੰਧ ਕਿਹੜੇ ਦਰਿਆ ਨਾਲ ਹੈ? ਤਾਂ ਉੱਤਰ ਹੈ ਸਿੰਧ। ਮਹੀਵਾਲ ਦਾ ਸ਼ਾਬਦਿਕ ਅਰਥ ਕੀ ਹੈ? ਆਪਾਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ, ਮੱਝਾਂ ਚਾਰਨ ਵਾਲਾ। ਅਗਲਾ ਪ੍ਰਸ਼ਨ, ਪੰਜਾਬੀ ਕਿੱਸਾ ਕਾਵਿ ਦਾ ਮੋਢੀ ਕਵੀ ਕੌਣ ਸੀ? ਤਾਂ ਇਸ ਦਾ ਉੱਤਰ ਹੈ ਦਮੋਦਰ। ਜੇ ਗੱਲ ਆਵੇ ਤੇ ਫੇਮਸ ਸਭ ਤੋਂ ਵੱਧ ਕਿਹਦਾ ਹੋਇਆ? ਤਾਂ ਵਾਰਿਸ ਸ਼ਾਹ ਦਾ। ਅਗਲਾ ਪ੍ਰਸ਼ਨ, ਮਤਲਬ ਹੀਰ ਦੀ ਗੱਲ ਹੋ ਰਹੀ ਹੈ ਇੱਥੇ, ਤਾਂ ਫੇਮਸ ਵਾਰਿਸ ਸ਼ਾਹ ਦੀ ਹੋਈ ਹੈ। ਦਮੋਦਰ ਮੁੱਢਲਾ ਕਿੱਸਾਕਾਰ ਵੀ ਮੰਨਿਆ ਜਾਂਦਾ ਕਿ ਉਸਨੇ ਹੀਰ ਵੀ ਲਿਖੀ। ਅਗਲਾ ਪ੍ਰਸ਼ਨ, ਪੰਜਾਬੀ ਸਾਹਿਤ ਦੀ ਪਹਿਲੀ ਪ੍ਰਮਾਣਿਕ ਵਾਰਤਕ ਰਚਨਾ ਕਿਹੜੀ ਹੈ? ਤਾਂ ਉੱਤਰ ਪੁਰਾਤਨ ਜਨਮ ਸਾਖੀ। ਅਗਲਾ ਪ੍ਰਸ਼ਨ, ਗੁਰਮਤਿ ਕਾਵਿਧਾਰਾ ਦਾ ਮੋਢੀ ਕਵੀ ਕੌਣ ਹੈ? ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ। ਅਗਲਾ ਪ੍ਰਸ਼ਨ, ਕਲੀਆਂ ਦਾ ਬਾਦਸ਼ਾਹ ਕਿਸ ਗਾਇਕ ਨੂੰ ਕਿਹਾ ਜਾਂਦਾ ਹੈ? ਤਾਂ ਉੱਤਰ ਹੈ ਕੁਲਦੀਪ ਮਾਣਕ। ਅਗਲਾ ਪ੍ਰਸ਼ਨ, ਸੂਫੀ ਕਾਵਿਧਾਰਾ ਦਾ ਮੁੱਢਲਾ ਕਵੀ ਕੌਣ ਸੀ? ਉੱਤਰ ਬਾਬਾ ਫਰੀਦ ਜੀ। ਅਗਲਾ ਪ੍ਰਸ਼ਨ, ਪੰਜਾਬੀ ਭਾਸ਼ਾ ਦਾ ਆਦਿ ਕਵੀ ਕਿਸ ਨੂੰ ਮੰਨਿਆ ਜਾਂਦਾ ਹੈ? ਤਾਂ ਉੱਤਰ ਹੈ ਗੋਰਖਨਾਥ ਨੂੰ। ਅਗਲਾ ਪ੍ਰਸ਼ਨ, ਦਮੋਦਰ ਕਵੀ ਕਿਸ ਮੁਗਲ ਬਾਦਸ਼ਾਹ ਦਾ ਸਮਕਾਲੀ ਸੀ? ਤਾਂ ਉੱਤਰ ਅਕਬਰ। ਅਗਲਾ ਪ੍ਰਸ਼ਨ, ਪੰਜਾਬੀ ਕਾਵਿਧਾਰਾ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ? ਤਾਂ ਉੱਤਰ 5। ਅਗਲਾ ਪ੍ਰਸ਼ਨ, ਪੰਜਾਬੀ ਸਾਹਿਤ ਦਾ ਸੁਨਹਿਰੀ ਯੁੱਗ ਕਿਹੜੇ ਕਾਲ ਨੂੰ ਕਿਹਾ ਜਾਂਦਾ ਹੈ? ਉੱਤਰ ਮੁਗਲ ਕਾਲ ਨੂੰ। ਅਗਲਾ ਪ੍ਰਸ਼ਨ, ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ? ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਭਾਈ ਵੀਰ ਸਿੰਘ ਨੂੰ। ਅਗਲਾ ਪ੍ਰਸ਼ਨ, ਪੰਜਾਬ ਦੀ ਆਵਾਜ਼ ਕਿਸ ਕਵੀ ਨੂੰ ਕਿਹਾ ਜਾਂਦਾ ਹੈ? ਤਾਂ ਇਸ ਦਾ ਉੱਤਰ ਹੈ ਅਮਰਤਾ ਪ੍ਰੀਤਮ ਨੂੰ। ਅਗਲਾ ਪ੍ਰਸ਼ਨ, ਬਿਰਹਾ ਦਾ ਕਵੀ ਕਿਸ ਨੂੰ ਕਿਹਾ ਜਾਂਦਾ ਹੈ? ਉੱਤਰ ਸ਼ਿਵ ਕੁਮਾਰ ਬਟਾਲਵੀ। ਅਗਲਾ ਪ੍ਰਸ਼ਨ, ਸਭ ਤੋਂ ਖਤਰਨਾਕ ਕਿਹੜੇ ਕਵੀ ਦੀ ਰਚਨਾ ਹੈ ਮੰਨੀ ਜਾਂਦੀ ਹੈ? ਤਾਂ ਅਵਤਾਰ ਸਿੰਘ ਪਾਸ਼ ਦੀ। ਅਗਲਾ ਪ੍ਰਸ਼ਨ, ਸਿੱਖ ਰਾਜ ਕਾਲ ਦਾ ਸਭ ਤੋਂ ਪ੍ਰਸਿੱਧ ਕਿੱਸਾਕਾਰ ਕੌਣ ਸੀ? ਉੱਤਰ ਹਾਸ਼ਮ। ਸਿੱਖ ਕਾਲ ਦੇ ਟਾਈਮ ਦੀ ਗੱਲ ਕਰ ਰਹੇ ਹਾਂ। ਅਗਲਾ ਪ੍ਰਸ਼ਨ, ਪੰਜਾਬੀ ਸਾਹਿਤ ਦਾ ਇਤਿਹਾਸ ਸਭ ਤੋਂ ਪਹਿਲਾਂ ਲਿਖਣ ਦਾ ਮਾਣ ਕਿਸ ਨੂੰ ਹਾਸਲ ਹੋਇਆ? ਡਾਕਟਰ ਮੋਹਨ ਸਿੰਘ ਦੀਵਾਨਾ ਨੂੰ। ਅਗਲਾ ਪ੍ਰਸ਼ਨ, ਅਮਰਤਾ ਪ੍ਰੀਤਮ ਨੂੰ ਕਿਹੜੀ ਰਚਨਾ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ? ਤਾਂ ਇਸ ਦਾ ਉੱਤਰ ਹੈ ਸੁਨੇੜੇ ਲਈ। ਅਗਲਾ ਪ੍ਰਸ਼ਨ, ਕੁਝ ਰਚਨਾਕਾਰ ਨੇ ਤੇ ਉਹਨਾਂ ਦੀ ਰਚਨਾਵਾਂ ਦੇ ਨਾਮ ਲਿਖੇ ਗਏ ਨੇ, ਆਪਾਂ ਮੈਚ ਕਰਨੇ ਨੇ। ਵਾਰਿਸ ਨੇ ਕੀ ਲਿਖਿਆ? ਆਪਾਂ ਸਭ ਨੂੰ ਪਤਾ ਹੈ ਹੀਰ। ਫਜ਼ਲ ਸ਼ਾਹ ਨੇ ਕੀ ਲਿਖਿਆ? ਸੋਹਣੀ ਮਹੀਵਾਲ। ਕਾਦਰ ਯਾਰ ਨੇ ਪੂਰਨ ਭਗਤ ਦਾ ਕਿੱਸਾ, ਤੇ ਹਾਸ਼ਮ ਨੇ ਸੱਸੀ ਪੁੰਨੂ। ਮਤਲਬ ਇਹ ਚੀਜ਼ਾਂ ਇਹਨਾਂ ਦੀਆਂ ਮਸ਼ਹੂਰ ਨੇ। ਅਗਲਾ ਪ੍ਰਸ਼ਨ, ਪੰਜਾਬੀ ਸਾਹਿਤ ਦਾ ਜੌਨ ਕੀਟਸ ਕਿਸ ਕਵੀ ਨੂੰ ਕਿਹਾ ਜਾਂਦਾ ਹੈ? ਤਾਂ ਉੱਤਰ ਹੈ ਸ਼ਿਵ ਕੁਮਾਰ ਬਟਾਲਵੀ ਨੂੰ। ਅਗਲਾ ਪ੍ਰਸ਼ਨ, ਰੋਮਾਂਸਵਾਦੀ ਝੁਕਾਅ ਦੀ ਕਵਿਤਾ ਦਾ ਮੋਢੀ ਕਵੀ ਕੌਣ ਹੈ? ਤਾਂ ਇਸ ਦਾ ਉੱਤਰ ਹੈ ਪ੍ਰੋਫੈਸਰ ਪੂਰਨ ਸਿੰਘ। ਅਗਲਾ ਪ੍ਰਸ਼ਨ, ਯੁਝਾਰਵਾਦੀ ਕਵਿਤਾ ਲਿਖਣ ਵਾਲਾ ਸਭ ਤੋਂ ਪ੍ਰਸਿੱਧ ਕਵੀ ਕਿਹੜਾ ਮੰਨਿਆ ਜਾਂਦਾ ਹੈ? ਤੇ ਜੇ ਆਪਾਂ ਇਹਨਾਂ ਵਿੱਚ ਆਪਸ਼ਨ ਦਿੱਤੇ ਹੋਵੇ ਤਾਂ ਇਹਨਾਂ ਵਿੱਚੋਂ ਕਰਨੈਲ ਬਾਗੀ, ਸੁਰਜੀਤ ਪਾਤਰ, ਅਵਤਾਰ ਸਿੰਘ ਪਾਸ਼ ਜਾਂ ਫਿਰ ਗੁਰਵਿੰਦਰ ਸੈਣੀ। ਤਾਂ ਇਹਨਾਂ ਵਿੱਚੋਂ ਯੁਝਾਰਵਾਦੀ ਮੰਨਿਆ ਜਾਊਗਾ ਅਵਤਾਰ ਸਿੰਘ ਪਾਸ਼ ਨੂੰ। ਪਾਸ਼ ਦਾ ਪੂਰਾ ਨਾਮ ਅਵਤਾਰ ਸਿੰਘ ਪਾਸ਼ ਸੀ। ਅਗਲਾ ਪ੍ਰਸ਼ਨ, ਭਾਈ ਵੀਰ ਸਿੰਘ ਨੂੰ ਕਿਹੜੀ ਰਚਨਾ ਲਈ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ? ਮੇਰੇ ਸਾਈਆਂ ਜਿਉ ਤੇ। ਠੀਕ ਹੈ। ਅਗਲਾ ਪ੍ਰਸ਼ਨ, ਪ੍ਰੋਫੈਸਰ ਪੂਰਨ ਸਿੰਘ ਕਿਹੜੀ ਭਾਸ਼ਾ ਦੇ ਕਵੀ ਸਨ? ਉਹ ਪੰਜਾਬੀ, ਹਿੰਦੀ, ਅੰਗਰੇਜ਼ੀ ਸਾਰੀ ਹੀ ਭਾਸ਼ਾਵਾਂ ਦੇ ਕਵੀ ਸਨ। ਅਗਲਾ ਪ੍ਰਸ਼ਨ, ਮੁਕਤ ਛੰਦ ਕਵਿਤਾ ਲਿਖਣ ਵਾਲਾ ਕਵੀ ਕਿਹੜਾ ਹੈ? ਤਾਂ ਉੱਤਰ ਪ੍ਰੋਫੈਸਰ ਪੂਰਨ ਸਿੰਘ। ਅਗਲਾ ਪ੍ਰਸ਼ਨ, ਪੰਜਾਬੀ ਭਾਸ਼ਾ ਦੇ ਕਿਹੜੇ ਕਵੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਵੀ ਹਾਸਲ ਹੋਇਆ ਹੈ? ਤਾਂ ਉੱਤਰ ਹੈ ਗੁਰਮੁਖ ਸਿੰਘ ਮੁਸਾਫਿਰ। ਅਗਲਾ ਪ੍ਰਸ਼ਨ, ਪੰਜਾਬੀ ਪੱਤਰਕਾਰੀ ਦਾ ਮੋਢੀ ਕਿਸ ਨੂੰ ਮੰਨਿਆ ਗਿਆ ਹੈ? ਤਾਂ ਉੱਤਰ ਹੈ ਪ੍ਰੋਫੈਸਰ ਗੁਰਮੁਖ ਸਿੰਘ। ਅਗਲਾ ਪ੍ਰਸ਼ਨ, ਗੀਤਾਂ ਦਾ ਬਾਦਸ਼ਾਹ ਕਿਹੜੇ ਕਵੀ ਨੂੰ ਕਿਹਾ ਜਾਂਦਾ ਹੈ? ਤਾਂ ਉੱਤਰ ਹੈ ਨੰਦ ਲਾਲ ਨੂਰਪੁਰੀ। ਅਗਲਾ ਪ੍ਰਸ਼ਨ, ਕਿੱਸਾ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ? ਉੱਤਰ ਅਰਬੀ ਭਾਸ਼ਾ ਤੋਂ। ਅਗਲਾ ਪ੍ਰਸ਼ਨ, ਪੰਜਾਬੀ ਕਿੱਸਾ ਕਾਵ ਦੀ ਕਿਹੜੀ ਸਦੀ ਨੂੰ ਸੁਨਹਿਰੀ ਕਾਲ ਕਿਹਾ ਜਾਂਦਾ ਹੈ? ਤਾਂ ਉੱਤਰ ਹੈ 18ਵੀਂ ਸਦੀ ਨੂੰ। ਅਗਲਾ ਪ੍ਰਸ਼ਨ, ਪੰਜਾਬੀ ਕਿੱਸਾ ਕਾਵ ਧਾਰਾ ਵਿੱਚ ਕਿਹੜਾ ਕਿੱਸਾ ਸਭ ਤੋਂ ਵੱਧ ਲਿਖਿਆ ਗਿਆ? ਉੱਤਰ ਹੀਰ ਰਾਂਝਾ। ਕਿੱਸਾ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਉੱਤਰ ਕਹਾਣੀ।
अगला प्रश्न, पंजाबी साहित्य विच निबंध रचना का आरंभ कदों तो मन्निया जाता है? उत्तर 20वीं सदी तो। अगला प्रश्न, पंजाबी नावल का पितामह किसनों कहा जाता है? उत्तर नानक सिंह। अगला प्रश्न, पंजाबी कांगी का पितामह किसनों कहा जाता है? तो ईश्वर चंद्र नंदा। अगला प्रश्न, बेबे राम भजनी एकांगी का रचनहार कौन है? तो इसका उत्तर है ईश्वर चंद्र नंदा। हुण आपां लेखक ने ते उन्हां दी स्वै जीवनियां ने उन्हां बारे गल करांगे। नानक सिंह दी मेरी दुनिया, गुरबख्श सिंह प्रीतलड़ी दी मेरी जीवन कहानी, अमृता प्रीतम दी रसीदी टिकट ते बलवंत गार्गी दी नंगी तुक, ये इन्हां दियां लिखियां हुई स्वै जीवनियां ने। अगला प्रश्न, पंजाबी नाटक का पितामह कौन है? जे नाटक की गल आए तो इसका भी उत्तर है ईश्वर चंद्र नंदा। अगला प्रश्न, पंजाबी साहित्य का पहला नाटक किसनों मन्निया जाता है? तो इसका उत्तर है सुभद्रा। अगला प्रश्न, अलंकार का शाब्दिक अर्थ की है? तो इसका उत्तर है गहना। अगला प्रश्न, पंजाबी साहित्य का केड़ा रूप सब तो पुराना मन्निया जाता है? तो इसका उत्तर है कविता। अगला प्रश्न, अमृता प्रीतम ने देश की वंड ते केड़ी प्रसिद्ध कविता लिखी? तो सानू सब ने पता है अजाखा वारिस शान। अगला प्रश्न, मुगल काल विच पंजाबी साहित्य की सब तो बड़ी रचना केड़ी सी? तो आदि ग्रंथ साहिब। ठीक है। अगला प्रश्न, पंजाब नूं कूका मैं किस दी रचना है? तो उत्तर प्रोफैसर पूरन सिंह। अगला प्रश्न, पंजाबी किस्सा काव्य की मुढ़ली रचना केड़ी है? तो उत्तर है हीर रांझा। अगला प्रश्न, पूरन भगत का किस्सा सब तो पहला किसने लिखा? तो इसका उत्तर है कादर यार। अगला प्रश्न, प्यार दा कवि किस कवि नूं मन्निया जाता है? तो उत्तर है प्रोफैसर मोहन सिंह। अवतार सिंह पाश केड़ी कावधारा दा कवि मन्निया जाता है? तो जुझारवादी कावधारा दा। अगला प्रश्न, वारिस शाह ने किस्सा हीर किस छंद विच लिखिया? तो इसका उत्तर है बैंत छंद विच। अगला प्रश्न, कुछ कहा तां हनेरा जरेगा किवें साहित्य का केड़ा रूप है? जो ऑप्शन दी है कविता, गीत, लेख या गजल, तो इस विच उत्तर आएगा गजल। अगला प्रश्न, ज्योना मोड़ किस्से का रचनहार कौन है? तो उत्तर है भगवान सिंह। अगला प्रश्न, सुरजीत पात्र नूं भारतीय साहित्य अकादमी पुरस्कार किस रचना लिए मिलिया? तो उत्तर है हनेरे विच सुलगदी वर्णमाला। अगला प्रश्न, केड़ा किस्साकार अखां तो अन्ना सी? तो मन्निया जाता है मुकबल। तो उत्तर है मुकबल। अगला प्रश्न, पंजाबी किस्सा कावधारा दे केड़े किस्साकारां ने सब तो वध किस्से लिखे? तो उत्तर है अहमद यार। अगला प्रश्न, पंजाबी साहित्य का केड़ा प्रसिद्ध कवि नक्सलवाड़ी लहर नाल जुड़िया रहा? तो उत्तर है अवतार सिंह पाश। अगला प्रश्न है, दमोदर कवि केड़ी सदी का कवि है? तो इसका उत्तर है 15वीं सदी का। अगे है वारिस शाह केड़ी कवि दा सदी है केड़ी सदी का कवि है? तो इसका उत्तर है 18वीं सदी का। अगला प्रश्न, प्रसिद्ध किस्साकार पिल्लू केड़ी सदी का कवि है? तो इसका उत्तर है 16वीं का। ते भाई वीर सिंह केड़ी सदी का कवि है? तो इसका उत्तर है 20वीं का। अगला प्रश्न, रोजाना अजीत अखबार का मोढी संपादक कौन सी? तो इसका उत्तर है साधु सिंह हमदर्द। भाषा विभाग का मुख्य दफ्तर कित्थे है? तो इसका उत्तर है पटियाला। अगला प्रश्न, पंजाबी भाषा नूं पंजाब की राजभाषा का दर्जा कदों दिता गया? तो इसका उत्तर है 1996। अगला प्रश्न, पंजाबी कविता का पितामह किसनों कहा गया है? तो इसका उत्तर है बाबा फरीद जी। अगला प्रश्न, सूफी कावधारा का जन्म केड़ी सदी विच होया सी? तो इसका उत्तर है 12वीं सदी के विच। अगला प्रश्न, सूफी भावां नूं लोक भाषा विच लिखण वाला पहला कवि कौन सी? तो उत्तर है शेख फरीद। अगला प्रश्न, प्रसिद्ध साहित्यकार अमृता प्रीतम का मुढ़ला नाम की सी? तो इसका उत्तर है अमृत कौर। अगला प्रश्न, अमृता प्रीतम का जन्म कित्थे होया? तो इसका उत्तर है गुजरांवाला। अगला प्रश्न, पंजाबी विच किन्ने लोग पंजाबी भाषा का प्रयोग करते हैं? पंजाब विच किन्ने लोग पंजाबी भाषा प्रयोग करते हैं? तो लगभग 2/3 हिस्सा। अगला प्रश्न, पंजाब की राजभाषा केड़ी है? पंजाबी। अगला प्रश्न, पंजाबी भाषा की टकसाली भाषा केड़ी है? माझी। अगला प्रश्न है, पंजाबी सूफी काव्य इतिहास में सब तो वध रचनावां किस दियां हन? तो इसका उत्तर है ख्वाजा गुलाम फरीद दियां। अगला प्रश्न, पंजाबी सूफी काव्य का सुनहरी काल केड़ी सदी नूं मन्निया जाता है? तो इसका उत्तर है 18वीं सदी।
अगला प्रश्न, प्रसिद्ध कवि हाशम ਦੀਆਂ ਰਚਨਾਵਾਂ ਦਾ ਮੁੱਖ ਵਿਸ਼ਾ ਕੀ ਸੀ? ਤਾਂ ਇਸ ਦਾ ਉੱਤਰ ਹੈ ਆਦਰਸ਼ਕ ਇਸ਼ਕ। ਆਦਰਸ਼ਕ ਇਸ਼ਕ। ਅਗਲਾ ਪ੍ਰਸ਼ਨ, ਪ੍ਰਸਿੱਧ ਕਵੀ ਵਾਰਿਸ ਸ਼ਾਹ ਨੇ ਹੀਰ ਦਾ ਕਿੱਸਾ ਕਦੋਂ ਲਿਖਿਆ ਸੀ? ਤਾਂ ਉੱਤਰ ਹੈ 1767 ਈਸਵੀ ਵਿੱਚ। ਕਦੋਂ? 1767 ਈਸਵੀ ਵਿੱਚ। ਅਗਲਾ ਪ੍ਰਸ਼ਨ, ਕਾਫੀ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ? ਤਾਂ ਇਸ ਦਾ ਉੱਤਰ ਹੈ ਅਰਬੀ ਭਾਸ਼ਾ ਤੋਂ। ਅਗਲਾ ਪ੍ਰਸ਼ਨ, ਕਾਫੀ ਸ਼ਬਦ ਦਾ ਸ਼ਾਬਦਿਕ ਅਰਥ ਕੀ ਹੈ? ਤਾਂ ਇਸ ਦਾ ਉੱਤਰ ਹੈ ਪਿੱਛੇ ਚੱਲਣ ਵਾਲਾ। ਅਗਲਾ ਪ੍ਰਸ਼ਨ, ਪੂਰਨ ਭਗਤ ਦਾ ਸੰਬੰਧ ਕਿਹੜੇ ਖੇਤਰ ਨਾਲ ਸੀ? ਤਾਂ ਇਸ ਦਾ ਉੱਤਰ ਹੈ ਸਿਆਲਕੋਟ। ਅਗਲਾ ਪ੍ਰਸ਼ਨ, ਸਾਂਝ ਨਾਮਕ ਤਿਮਾਹੀ ਰਸਾਲੇ ਦਾ ਪ੍ਰਕਾਸ਼ਨ ਕਿੱਥੋਂ ਕੀਤਾ ਜਾਂਦਾ ਹੈ? ਤਾਂ ਇਸ ਦਾ ਉੱਤਰ ਹੈ ਲਾਹੌਰ ਤੋਂ। ਅਗਲਾ ਪ੍ਰਸ਼ਨ, ਸ਼ਾਹਮੁਖੀ ਤੇ ਗੁਰਮੁਖੀ ਵਿੱਚ ਛਪਣ ਵਾਲਾ ਰਸਾਲਾ ਕਿਹੜਾ ਹੈ? ਤਾਂ ਇਸ ਦਾ ਉੱਤਰ ਹੈ ਸਾਂਝ। ਸ਼ਾਹਮੁਖੀ ਪਾਕਿਸਤਾਨੀ ਸਕ੍ਰਿਪਟ ਪੰਜਾਬੀ ਦੀ ਤੇ ਗੁਰਮੁਖੀ ਇੱਧਰਲੇ ਪੰਜਾਬ ਦੀ। ਅਗਲਾ ਪ੍ਰਸ਼ਨ, ਕੌਮੀ ਏਕਤਾ ਨਾਮਕ ਪੰਜਾਬੀ ਅਖਬਾਰ ਕਿੱਥੇ ਪ੍ਰਕਾਸ਼ਿਤ ਕੀਤਾ ਗਿਆ? ਤਾਂ ਇਸ ਦਾ ਉੱਤਰ ਹੈ ਅਮਰੀਕਾ ਵਿੱਚ। ਰੋਜ਼ਾਨਾ ਸਪੋਕਸਮੈਨ ਪੰਜਾਬੀ ਅਖਬਾਰ ਕਿੱਥੇ ਪ੍ਰਕਾਸ਼ਿਤ ਹੁੰਦਾ ਹੈ? ਤਾਂ ਇਸ ਦਾ ਉੱਤਰ ਹੈ ਮੁਹਾਲੀ ਵਿੱਚ। ਅਗਲਾ ਪ੍ਰਸ਼ਨ, ਵਿਸ਼ਵ ਭਰ ਵਿੱਚ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪਹਿਲਾ ਪੰਜਾਬੀ ਅਖਬਾਰ ਕਿਹੜਾ ਹੈ? ਜਦ ਕਿਹੜਾ ਪੰਜਾਬੀ ਅਖਬਾਰ ਹੈ? ਤਾਂ ਇਸ ਦਾ ਉੱਤਰ ਹੈ ਰੋਜ਼ਾਨਾ ਅਜੀਤ। ਅਗਲਾ ਪ੍ਰਸ਼ਨ, ਦੀ ਟਾਈਮਜ਼ ਆਫ ਇੰਡੀਆ ਅਖਬਾਰ ਪੰਜਾਬ ਕਿੱਥੇ ਪ੍ਰਕਾਸ਼ਿਤ ਹੁੰਦਾ ਹੈ? ਤਾਂ ਇਸ ਦਾ ਉੱਤਰ ਹੈ ਚੰਡੀਗੜ੍ਹ ਦੇ ਵਿੱਚ। ਅਗਲਾ ਪ੍ਰਸ਼ਨ, ਪੰਜਾਬ ਦੀ ਆਵਾਜ਼ ਸ਼ਬਦ ਕਿਹੜੇ ਅਖਬਾਰ ਨਾਲ ਸੰਬੰਧਿਤ ਹੈ? ਤਾਂ ਇਸ ਦਾ ਉੱਤਰ ਹੈ ਰੋਜ਼ਾਨਾ ਅਜੀਤ। ਅਗਲਾ ਪ੍ਰਸ਼ਨ, ਬਾਗੜੀ ਖੇਤਰੀ ਬੋਲੀ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਬੋਲੀ ਜਾਂਦੀ ਹੈ? ਤਾਂ ਇਸ ਦਾ ਉੱਤਰ ਹੈ ਫਾਜ਼ਿਲਕਾ ਵਿੱਚ। ਅਗਲਾ ਪ੍ਰਸ਼ਨ, ਪੰਜਾਬੀ ਸਾਹਿਤ ਦਾ ਬਾਬਾ ਬੋੜ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਸ ਦਾ ਉੱਤਰ ਹੈ ਭਾਈ ਵੀਰ ਸਿੰਘ। ਅਗਲਾ ਪ੍ਰਸ਼ਨ, ਅਮਰਤਾ ਸ਼ੇਰਗਿੱਲ ਦਾ ਸੰਬੰਧ ਕਿਹੜੇ ਖੇਤਰ ਨਾਲ ਹੈ? ਤਾਂ ਇਸ ਦਾ ਉੱਤਰ ਹੈ ਚਿੱਤਰਕਾਰੀ ਨਾਲ। ਅਗਲਾ ਪ੍ਰਸ਼ਨ, ਦ ਟ੍ਰਿਬਿਊਨ ਨਾਮਕ ਅਖਬਾਰ ਦੀ ਸਥਾਪਨਾ ਕਿਸ ਨੇ ਕੀਤੀ? ਤਾਂ ਇਸ ਦਾ ਉੱਤਰ ਹੈ ਦਿਆਲ ਸਿੰਘ ਮਜੀਠੀਆ। ਅਗਲਾ ਪ੍ਰਸ਼ਨ, ਭਾਰਤ ਵਿੱਚ ਪੰਜਾਬੀ ਬੋਲੀ ਬੋਲਣ ਵਾਲਿਆਂ ਦੀ ਕੁੱਲ ਗਿਣਤੀ ਕਿੰਨੀ ਹੈ? ਤਾਂ ਇਸ ਦਾ ਉੱਤਰ ਹੈ ਲਗਭਗ 30 ਮਿਲੀਅਨ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਉਪਬੋਲੀ ਕਿਹੜੀ ਹੈ? ਤਾਂ ਇਸ ਦਾ ਉੱਤਰ ਹੈ ਮਲਵਈ। ਅਗਲਾ ਪ੍ਰਸ਼ਨ, ਪੰਜਾਬੀ ਗਾਇਕੀ ਦਾ ਬਾਬਾ ਬੋੜ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਇਸ ਦਾ ਉੱਤਰ ਹੈ ਗੁਰਦਾਸ ਮਾਨ। ਅਗਲਾ ਪ੍ਰਸ਼ਨ, ਪੰਜਾਬੀ ਭਾਸ਼ਾ ਦਾ ਸ਼ੇਕਸਪੀਅਰ ਕਿਹੜੇ ਕਵੀ ਨੂੰ ਕਿਹਾ ਜਾਂਦਾ ਹੈ? ਤਾਂ ਇਸ ਦਾ ਉੱਤਰ ਹੈ ਭਾਈ ਵੀਰ ਸਿੰਘ। ਅਗਲਾ ਪ੍ਰਸ਼ਨ, ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਪੰਜਾਬੀ ਭਾਸ਼ਾ ਨੂੰ ਕਿਹੜਾ ਦਰਜਾ ਪ੍ਰਾਪਤ ਹੈ? ਤਾਂ ਉੱਤਰ ਹੈ ਦੂਜਾ। ਅਗਲਾ ਪ੍ਰਸ਼ਨ, ਇੰਗਲੈਂਡ ਵਿੱਚ ਦੂਜੀ ਆਮ ਭਾਸ਼ਾ ਕਿਹੜੀ ਹੈ? ਤਾਂ ਉੱਤਰ ਹੈ ਪੰਜਾਬੀ। ਅਗਲਾ ਪ੍ਰਸ਼ਨ, ਸੰਸਾਰ ਵਿੱਚ ਪੰਜਾਬੀ ਬੋਲੀ ਬੋਲਣ ਵਾਲਿਆਂ ਦੀ ਕੁੱਲ ਗਿਣਤੀ ਕਿੰਨੀ ਹੈ? ਤਾਂ ਇਸ ਦਾ ਉੱਤਰ ਹੈ ਲਗਭਗ 120 ਮਿਲੀਅਨ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਕਦੋਂ ਲਾਜ਼ਮੀ ਕੀਤਾ ਗਿਆ? ਤਾਂ ਇਸ ਦਾ ਉੱਤਰ ਹੈ 1992। ਅਗਲਾ ਪ੍ਰਸ਼ਨ, ਜਨਪਿਤ ਜਾਂ ਗਿਆਨਪੀਠ ਅਵਾਰਡ ਜਿੱਤਣ ਵਾਲਾ ਪਹਿਲਾ ਪੰਜਾਬੀ ਨਾਵਲਕਾਰ ਕੌਣ ਸੀ? ਤਾਂ ਇਸ ਦਾ ਉੱਤਰ ਹੈ ਸਰਦਾਰ ਗੁਰਦਿਆਲ ਸਿੰਘ। ਅਗਲਾ ਪ੍ਰਸ਼ਨ, ਪੰਜਾਬ ਵਿੱਚ ਸਭ ਤੋਂ ਵੱਧ ਅਖਬਾਰ ਕਿੱਥੇ ਛਪਦੇ ਹਨ? ਤਾਂ ਇਸ ਦਾ ਉੱਤਰ ਹੈ ਜਲੰਧਰ। ਅਗਲਾ ਪ੍ਰਸ਼ਨ, ਪੰਜਾਬੀ ਭਾਸ਼ਾ ਨੂੰ ਦਫ਼ਤਰੀ ਭਾਸ਼ਾ ਦਾ ਦਰਜਾ ਕਦੋਂ ਦਿੱਤਾ ਗਿਆ? ਤਾਂ ਇਸ ਦਾ ਉੱਤਰ ਹੈ 1968 ਵਿੱਚ। ਸਾਂਝ ਨਾਮਕ ਰਸਾਲਾ ਕਿਸ ਦੁਆਰਾ ਪ੍ਰਕਾਸ਼ਿਤ ਕੀਤਾ ਜਾਂਦਾ ਹੈ? ਤਾਂ ਇਸ ਦਾ ਉੱਤਰ ਹੈ ਆਪਣਾ। ਅਗਲਾ ਪ੍ਰਸ਼ਨ, ਹੁਣ ਆਪਾਂ ਮੈਚਿੰਗ ਕਰਾਂਗੇ। ਸੂਚੀ 1 ਆਪਾਂ ਇੱਥੇ ਲੈ ਲਈ, ਇੱਧਰ ਸੂਚੀ 1 ਹੈ, 1 ਹੈ, ਇੱਧਰ ਸੂਚੀ 2 ਹੈ। ਇਹਨਾਂ ਨੂੰ ਆਪਾਂ ਮੈਚ ਕਰਾਂਗੇ। ਮਾਵਾਂ ਧੀਆਂ, ਇਹ ਦੱਸਣਾ ਹੈ ਕਿ ਕੀ ਵਿਦਾਵਾਂ ਨੇ। कथा कहो उर्वशी, आत्म माया, फरंगियां दी नूंह, तो जो मावा धिया है यह कविता है, मतलब इसकी विधा कविता है। कथा कहो उर्वशी नावल है अमृता प्रीतम का। आत्म माया वार्तक है और फरंगियां दी नूंह कहानी। ठीक है, ये इसदियां
विधावां। इस तरह के आप मैचिंग प्रश्न भी हम करांगे। अगला प्रश्न है केड़ा काव्य रूप अक्ख क्रम विच लिखिया जाता है, तो इसका उत्तर है पट्टी। अगला प्रश्न पंजाबी साहित्य का मुੱਢ किस तो बजा, तो इसका उत्तर है नाथां जोगियां तो। अगे भी हुण आपां मैचिंग करन लगे हाँ। इन्हां मैचिंग नाल भी तुहाडे काफ़ी सारे प्रश्न हल हो जाणगे। सूची 1 ते सूची 2। ਇਹਦੇ ਵਿੱਚ ਆਪਾਂ ਲਿਖਾਂਗੇ ਕਿਹੜੀ ਕਿਹੜੀ ਪ੍ਰਵਿਰਤੀ ਨਾਲ ਜੁੜੇ ਹੋਏ ਨੇ। मैं सीधा ही खोल के लिख दिंदी हाँ, थोड़ा याद करने में आसानी हो जूगी। वैसे तो ही मैचिंग करना है पर आप सीधा ही लिख दें हाँ। पूरन सिंह रोमांसवाद में ये प्रवृत्तियां होने इन्होंने, ठीक है। प्रीतम सिंह सफीर रहस्यवाद, जसवंत सिंह नेकी अस्तित्ववाद, अस्तित्ववाद ते गुरदयाल सिंह यथार्थवाद। इन्होंने चंगी तरह याद कर लो। अगला प्रश्न बात पावा बतौली पावा, बात नूं लगे कुंडे, सद्दा कुड़ी विआहण चले सारे पिंड दे मुंडे। इस बुझारत विच उत्तर की है, तो इसका उत्तर है खिद्दो खुंडी। अब पहले भी गल कर रहे हैं ऑल ओवर पूरे पंजाबी साहित्य नाल जां जिन्ना भी भाषा है जां सभ्याचार है सब नाल जुड़े हुए प्रश्न हैं। अगला प्रश्न केड़ा क्रम सही है, हुण आपां चूज करना है केड़ा क्रम सही है। वो देख लेने हाँ आपां। इस विच आ जाऊगा साडा गुरु अर्जन देव जी। क्रम देखना केड़ा वारिस केड़े सीक्वेंस के हिसाब नाल आए देखना है आपां। बुल्ला हाशम, अगे गुरु अर्जन, बुल्ला हाशम वारिस, अगे गुरु अर्जन, बुल्ला वारिस हाशम, अगे गुरु अर्जन जी, वारिस हाशम बुल्ला। तो इन्होंने विचों यही आंसर सही है साडा। गुरु अर्जन देव जी पहला, बुल्ला बुल्ला बाद विच, वारिस शाह बाद ते एंड दे विच हाशम, ठीक है। अगला प्रश्न है पंजाबी विच लोकयान शब्द किसने प्रचलित किया, तो इसका उत्तर है करनैल सिंह थिंद ने। हुण अगे आपां कुछ प्रश्न करन लगे हां। ये सारे मैचिंग वाले हैं, मैचिंग तो भी बहुत कुछ साडा सॉर्ट आउट हो जाता। मतलब मैं सामने सामने लिख के रख दूंगी, आपने बहुत सारे प्रश्नों बारे पता लगता जाऊगा। हुण जो आप प्रश्न करन लगे हाँ वो है आप देख दसने ने गीत केड़े केड़े ने। सूची 1 दे विच, सूची 2, कोड़ी,
ਵਾਰਾਮਾ सिट। तो जे सीधा ही आप लिख दी तो घोड़ी जो है ये साडा विआह दा गीत है। विआह दा गीत है, मुंडे वाले ने घर गई जाती है। तो अलावनी सो गीत है, जो किसी की मरगत हो जाती है उदों गाई जाता है। बारामा रुत्तां दा गीत है, रुत गीत है। तो जो सिठणी है ये व्यंग गीत है। ठीक है, ये भी ब्याह विच गाया जाता है। अगला प्रश्न, हुण कुछ गहणियां दी आपां गल करांगे। ये भी अगली सूची बना लेंदे हाँ आपां एक। सरगी फुल, कैंट्रा, बिछुए, ये सारे आप मिक्स प्रश्न कर रहे हैं ऑल ओवर, सारा कुछ इंपॉर्टेंट मुंदरा। तो हुण इहदे विच जे देखा जाए सानू पता है ये सिर दा गहना है, साडा सगी फुल जो है सिर दा गहना है। ते जो साडा कैंठा है गल दा गहना है, गल दा गहना है। बिछुए जो है पैरों दियां उंगलों के गहने हैं, पैरों दियां उंगलों में पाया जाता है। ते बचा मुंदरा वो साडी की कन्नां दा गहना है। ठीक है, अगला प्रश्न, ਇਹਦੇ ਵਿੱਚ ਦੱਸਣਾ है सी कि केड़ा जुट सही है। ठीक है, करनैल सिंह थिंद दा लोक आखते हैं, ਜਾਂ बंजारा बेदी दा लोक नाटक, ਜਾਂ फिर दविंदर सत्यार्थी दा दीवा बड़े सारी रात, ਜਾਂ फिर मोहिंदर सिंह रंधावा दा मेरा पिंड। इन्हां विचों बाकी सारे गलत हैं, तो सिर्फ दविंदर सत्यार्थी दा दीवा बड़े सारी रात सही जुट है। अगला प्रश्न, अजीत दे मुख संपादक दा नाम दसो। तो इसका उत्तर है बरजिंदर सिंह हमदर्द। अगला प्रश्न, ये भी अपनी साडी सूची आ गई, अगे सूची बनावांगे आपां, सूची 1 ते सूची 2। पहला है साहित्य खोज ते साहित्य आलोचना, पंजाबी लेखक कोश, भाई गुरदास, शब्द अनुक्रमणिका, पंजाबी कोश। तो सब तो पहला जो पंजाबी साहित्य पंजाबी खोज ते साहित्य आलोचना है, यह केसर सिंह केसर दा है। केसर सिंह केसर। ठीक है, फिर उस तो बाद पंजाबी लेखक कोश प्रोफैसर प्रीतम सिंह दा है। प्रोफैसर प्रीतम सिंह, ये मैं थोड़ा दिखा भी सकती हाँ केड़ा हुंदा है कोश। अगला प्रश्न, भाई गुरदास शब्द अनुकरणिका, ये है रतन सिंह जग्गी दी। रतन सिंह जग्गी। पंजाबी कोश जो है तो ये भाषा विभाग पंजाब दा है। भाषा विभाग पंजाब। ठीक है, अगला प्रश्न, भाषा की है, तो इसका उत्तर है यह मनुखी विकास का सिट्टा है। अगला प्रश्न, भाषा की संचार प्रक्रिया का अंग की हुंदा है। ठीक है, ਜਾਂ ਕਿਹੜੇ ਹੁੰਦੇ ਹਨ, तो इस विच उत्तर आऊगा बोल, इशारे ते हाव भाव, सारा कुछ आ जाता है। अगला प्रश्न बहुत इंपॉर्टेंट प्रश्न है, जो लगभग आ जाता है अपना सारे किते ही। इसकी गल करते हैं हम।
बहुत ज़्यादा इम्पोर्टेंट प्रश्न है अगला। सूची 1, सूची 2। ये बुक्स ने इम्पोर्टेंट, पंजाबी भाषा दा विकास, पंजाबी बोली दा निकास ते विकास, भाषा ते भाषा विज्ञान, गुरमुखी लिपि दा, गुरमुखी लिपि दा जन्म ते विकास। ਹੁਣ ਇਹਨਾਂ ਦੇ ਰਾਈਟਰ ਆਪਾਂ ਲਿਖਾਂਗੇ। क्वेश्चन बहुत इंपॉर्टेंट है तो इन्हां च कन्फ्यूजन भी हो जाती है, ध्यान देओ। पंजाबी भाषा का विकास जिहड़ा है दूनी चंद दी है, ध्यान नाल याद कर लियो, सारे ही पेपर च आ जाती है ये। ज़्यादातर UGC नैट दे मास्टर कैडर दे है ना बुक्स पूछ लेंदे हुंदे ने, इंपॉर्टेंट हो लिख लो। पंजाबी बोली का निकास ते विकास प्रेम प्रकाश सिंह, भाषा ते भाषा विज्ञान हरकीरत सिंह, ते गुरमुखी लिपि के जन्म ते विकास GB सिंह, GB सिंह। इनू बहुत इंपॉर्टेंट प्रश्न है, मोस्ट इंपॉर्टेंट मन्निया जाता है। पंजाबी भाषा का विकास दूनी चंद्र दी, पंजाबी बोली का निकास ते विकास प्रेम प्रकाश सिंह, भाषा ते भाषा विज्ञान हरकीरत सिंह, गुरमुखी लिपि के जन्म ते विकास GB सिंह। ठीक है, इनू ध्यान नाल याद कर लो। अगला प्रश्न, केड़ा जुट सही है? जो एक प्रश्न दिता जा रहा है आपां जिवें कि पुआधी है, कित्थे कित्थे बोली आती है। पुआधी दे जो ऑप्शन लिखा है रोपड़ नवांशहर, माझी लिखी जाए पटियाला या जलंधर, मलवई लिखा जाए बठिंडा या लुधियाना, दुआबी लिखी आए हुशियारपुर या गुरदासपुर। तो इन्हां विचों जिहड़ा जुट सही है मलवई है, जिहड़ा कि बठिंडा या लुधियाना वाला है। अगला प्रश्न, हीर दमोदर की रचना किस छंद विच होई? तो इसका उत्तर है दवैया छंद विच। अगला प्रश्न, जपजी साहिब की रचना किस राग विच है? तो इसका उत्तर है यह किसी राग विच नहीं है, राग मुक्त है। अगला प्रश्न, ये फिर साडी सूची आ गई तो इनू आपां लिख लेंगे सूची नूं। सूची 1 ते सूची 2 जिहदे विच सानू दसना है कि रचनावां किस दियां हन, जिवें रुख ते ऋषि। ये महत्वपूर्ण प्रश्नों विचों ही आए हुए पेपरां विच आ चुके प्रश्न ने। बंदीवान, खाना बदोश, ते कल कॉलेज बंद रहेगा। जो रुख ते ऋषि है हरभजन सिंह दी है। उस तो बाद बंदीवान फकर जमान दा है, फकर जमान लैंदे पंजाबी दे राइटर। ते खाना बदोश अजीत कौर, श्रेया जीवनी। कल कॉलेज बंद रहेगा चरणदास सिद्धू, चरणदास सिद्धू नाटक। ठीक है, ये देख लो ध्यान नाल। अगला प्रश्न है, काफी केड़ा रूप है? तो इसका उत्तर आएगा यह प्रगीतक है, काफी प्रगीतक है। अगला प्रश्न, अगे भी सूची आ गई है, ये एवें ही सुन लो, मैं बोल देनी है, तुसी ध्यान नाल देख लो। पंजाबी साहित्य का इतिहास, तो इसका उत्तर आएगा, इसनूं भी बना के लेने हैं आपां। सूची 1 ते सूची 2
पंजाबी साहित्य दा इतिहास पंजाबी साहित्य दा आलोचनात्मक इतिहास पंजाबी साहित्य दा स्रोत मूलक इतिहास। ये सारे इतिहासां दी गल हो रही है। ये ध्यान नाल देखने किन्ने किन्ने लिखे ने। ते पंजाबी अदब दी मुख्तसर तारीख ध्यान नाल देखते हैं आप किन्ने किन्ने लिखिया। इसदा आऊगा हीरा सिंह दर्द, ठीक है। ते इसदा आऊगा जीत सिंह सीतल, फिर आएगा रतन सिंह जग्गी, बहुत ज़्यादा इम्पोर्टेंट है ये प्रश्न। फिर आएगा मोहन सिंह दीवाना। मैं रिपीट कर दी हाँ। पंजाबी साहित्य का इतिहास हीरा सिंह दर्द, पंजाबी साहित्य का आलोचनात्मक इतिहास जीत सिंह सीतल, पंजाबी साहित्य का स्रोत मूलक इतिहास रतन सिंह जग्गी, पंजाबी अदब की मुख्तसर तारीख मोहन सिंह दीवाना। बहुत इंपॉर्टेंट है, ध्यान नाल कर लो। इस अगला प्रश्न है केड़ा सही क्रम है। आप क्रम लिखांगे, उन्हां विचों चूज करना सही केड़ा है, ठीक है। किस्सियां नाल जुड़े हुए क्रम ने है। पहला है शाह हुसैन, मतलब टाइम पीरियड के हिसाब नाल, सुल्तान बाहू, बुल्ला शाह, अली हैदर। शाह हुसैन, बुल्ला शाह, सुल्तान बाहू या फिर अली हैदर। ये देखने पहला केड़ा आया है ना, वो हिसाब नाल है। फिर सुल्तान बाहू, शाह हुसैन, अली हैदर, बुल्ला शाह। अगे अली हैदर, चारों चो ही दसना, ठीक है। शाह हुसैन, बुल्ला शाह या फिर सुल्तान बाहू। तो इस विचों साडा उत्तर यह सही है। सब तो पहला शाह हुसैन है, फिर सुल्तान बाहू है, फिर बुल्ला शाह है, ते एंड विच अली हैदर है, ठीक है। ये साडा उत्तर बनता है ये वाला। अगला प्रश्न है, अगे भी आप सूचियां आपस में मिलावांगे। उस तो पहले एक सही क्रम वाला एक प्रश्न होर कर लेने हाँ। तो आप दसना है इन्हां विचों जिहड़े किस्साकार ने किहड़े सीक्वेंस विच आए, किहड़ा सही है। जिवें सब तो पहला लिख ही लेने हाँ, इन्हां नूं भी आपां ये सारे ही बहुत महत्वपूर्ण प्रश्न हैं, लगभग सारे ही पेपर में आ जाते हैं।
ਇਹਦੇ ਵਿੱਚ ਆਪਾਂ ਦੇਣਾ ਹੈ ਕਿ ਕਿਹੜਾ क्रम सही है। ठीक है, जिमें दमोदर, पीलू, मुकबल या फिर वारिस। अगे हाफिज बरखुरदार, ये सारे किस्सा कवि ने। बुल्ला शाह विचों किस्सा ने विचों ने मतलब मिक्स आप दसना है चो सॉरी पीलू किस्सा का MDR हाशिम पीलू हाफिज बरखुरदार वारिस हाशिम। लास्ट ऑप्शन है मुकबल वारिस हाशिम कादरिया। तो इन्हां विचों जे आपां सीक्वेंस की गल करिए तो यह वाला सही है। सब तो पहला हाफिज बरखुरदार, फिर पीलू, फिर MDR ते एंड ते हाशिम। अगला प्रश्न है सूची आप बनावांगे सूची 1 ते सूची 2। हुण आपां वाद नाल जुड़े हुए राइटरां बारे गल करांगे। तो रैंडमली आप वैसे कुछ भी आप लिख देंगे इन्हों के अगे। ठीक है, जिमें कि पहला आप लिखता लाल सिंह दिल, तो आप दसना है कि किहड़े वाद नाल जुड़े हुए हैं। ठीक है, सुखपाल वीर सिंह हसरत बाबा बलवंत भाई वीर सिंह। जे इन्हां विचों आपां चूज करना होवे तां रहस्यवाद दा किहनूं मन्निया जाऊगा? भाई वीर सिंह। ठीक है, प्रगतिवाद दा बाबा बलवंत। ठीक है, प्रयोगवाद दा सुखपाल वीर सिंह हसरत ते जुझारवाद दी आपां नूं पता ही है लाल सिंह दिल नूं मन्निया जांदा है। अगला प्रश्न है पंजाबी विच लोक वेद शब्द किसने प्रचलित किया? लोक वेद, तो इसका उत्तर है हरभजन सिंह ने। अगला प्रश्न, हुण ये भी आपां सूची तैयार कर लेने हाँ। एक सूची 1 ते सूची 2। मिथ कला, दंत कथा, ये आप कथावां दसनिया ने किहड़ियां च आ जांदियां ने। प्रेत कथा, जनौर कथा, जनौर मतलब जानवर। ठीक है, तो ये आप डायरैक्ट ही तो सीधी गल कर लेने कि जो मिथ कथा है जे एग्जाम्पल लेनी होवे ते ऑप्शनस आपां दित्तियां होईयां होण तां मैं सीधा ही ऑप्शनस जिवें कुछ भी आपां पा लिया बेताल पचीसी, ये अपने चूज करनी है कि केड़ी चीज़ है। ठीक है, राजा रसालू, तोता मैना, नरसिंह अवतार। ठीक है, तो इस दे विच जो आप गल करांगे तो मिथ कला जिहड़ी मन्नी जाऊगी, मिथ कथा जो मन्नी जाऊगी नरसिंह अवतार नूं मन्नी जाऊगी। वो कहानी है ना वो वाली, नरसिंह ने जो
ਅਵਤਾਰ ਧਾਰਿਆ ਸੀ ਨਾ ਉਹਦੀ। ਉਸ ਤੋਂ ਬਾਅਦ ਜੇ ਦੰਤ ਕਥਾ ਦੀ ਗੱਲ ਆਊਗੀ ਤਾਂ ਰਾਜਾ ਰਸਾਲੂ ਹੀ ਆਨਸਰ ਸਹੀ ਹੈ। ਤੇ ਜੇ ਪ੍ਰੇਤ ਕਥਾ ਤਾਂ ਬੇਤਾਲ ਪਚੀਸੀ ਆਪਾਂ ਸਭ ਨੇ ਸੁਣੀ ਹੈ ਨਾ ਇਹਦੇ ਬਾਰੇ। ਤੇ ਉਸ ਤੋਂ ਬਾਅਦ ਜਨੌਰ ਕਥਾ ਤੋਤਾ ਮੈਨਾ, ਤੋਤੇ ਤੋਂ ਪਤਾ ਲੱਗ ਰਿਹਾ ਕਿ ਜਾਨਵਰਾਂ ਨਾਲ ਜੁੜੀ ਹੋਈ ਕਥਾ ਹੋਊਗੀ। ਅਗਲਾ ਪ੍ਰਸ਼ਨ, ਜਰਗ ਦੇ ਮੇਲੇ ਉੱਤੇ ਕਿਸ ਦੀ ਪੂਜਾ ਹੁੰਦੀ ਹੈ? ਤਾਂ ਇਸ ਦਾ ਉੱਤਰ ਹੈ ਸੀਤਲਾ ਮਾਤਾ ਦੀ। ਅਗਲਾ ਪ੍ਰਸ਼ਨ, ਇਹ ਵੀ ਸਾਡਾ ਸੂਚੀ ਹੀ ਹੈ ਜਿਹੜੀ ਆਪਾਂ ਐਵੇਂ ਬੋਲ ਕੇ ਦੇ ਲੈਂਦੇ ਹਾਂ, ਇਹ ਥੋੜੀ ਸੌਖੀ ਹੈ। ਜਿਵੇਂ ਇਹਦੇ ਵਿੱਚ ਆਪਾਂ ਦੱਸਣਾ, ਇੱਕ ਸੂਚੀ ਪਹਿਲੀ ਦੇ ਵਿੱਚ ਲੋਕ ਕਲਾ ਹੈ, ਲੋਕ ਪਹਿਰਾਵਾ ਹੈ, ਲੋਕ ਖੇਡ ਹੈ ਤੇ ਲੋਕ ਧੰਦਾ ਹੈ। ਦੂਸਰੀ ਸਾਈਡ ਕੋਟਲਾ ਛਪਾਕੀ ਹੈ, ਵਾਣ ਵੱਟ ਹੈ, ਲਾਚਾ ਹੈ, ਲਾਚਾ ਜੋ ਕਹਿੰਦੇ ਨੇ ਨਾ ਕਸੀਦਾਕਾਰੀ ਹੈ। ਇਹ ਜੇ ਆਪਾਂ ਲੋਕ ਕਲਾ ਦੀ ਗੱਲ ਕਰੀਏ ਤਾਂ ਲੋਕ ਕਲਾ ਵਿੱਚ ਕਸੀਦਾਕਾਰੀ ਆ ਜਾਊਗੀ। ਜੇ ਲੋਕ ਪਹਿਰਾਵੇ ਦੀ ਗੱਲ ਕਰੀਏ ਤਾਂ ਲਾਂਚਾ ਜਾਂ ਘੱਗਰਾ ਜਿਹਨੂੰ ਕਹਿੰਦੇ ਨੇ ਉਹ ਆ ਜਾਏਗਾ। ਲੋਕ ਖੇਡ ਦੀ ਗੱਲ ਕਰੀਏ ਤਾਂ ਕੋਟਲਾ ਛਪਾਕੀ ਆ ਜਾਏਗਾ। ਤੇ ਜੇ ਲੋਕ ਧੰਦੇ ਦੀ ਗੱਲ ਕਰੀਏ ਵਾਣ ਵੱਟ, ਵਾਣ ਨੂੰ ਵੱਟਣਾ, ਉਸ ਚੀਜ਼ ਦੀ ਵਿੱਚ ਆ ਜਾਏਗਾ। ਅਗਲਾ ਪ੍ਰਸ਼ਨ ਹੈ, ਇਹਦੇ ਵਿੱਚ ਦੱਸਣਾ ਹੈ ਕਿ ਕਿਹੜਾ ਜੁੱਟ ਸਹੀ ਹੈ। ਠੀਕ ਹੈ, ਇਹ ਆਪਾਂ ਕਰ ਹੀ ਲੈਂਦੇ ਹਾਂ ਕਿਉਂਕਿ ਇੰਪੋਰਟੈਂਟ ਪ੍ਰਸ਼ਨ ਨੇ, ਬੋਰਡ ਤੇ ਹੱਲ ਕਰ ਲੈਂਦੇ ਹਾਂ। सूची 1 ਤੇ सूची 2। ਇਹਦੇ ਵਿੱਚ ਅਸੀਂ ਇਹ ਦੱਸਣਾ ਹੈ ਕਿ ਕਿਹੜਾ ਜੁੱਟ ਸਹੀ ਹੈ। ਪਹਿਲਾ ਹੈ ਲੋਕਯਾਨ ਤੇ ਮੱਧਕਾਲੀ, ਫਿਰ ਹੈ ਕਾਂਗੜੇ ਦੇ ਲੋਕ ਗੀਤ, ਪੰਜਾਬ ਰੰਗਮੰਚ। ਇਹਨਾਂ ਦੇ ਸਾਹਮਣੇ ਜੋ ਆਪਸ਼ਨਸ ਦਿੱਤੀਆਂ ਹੋਈਆਂ ਨੇ ਉਹਨਾਂ ਨੇ ਵੰਜਾਰਾ, ਬੇਦੀ ਪੰਜਾਬੀ ਸਾਹਿਤ, ਕੀ ਇਹ ਇਸਨੇ ਹੀ ਲਿਖਿਆ ਹੈ ਇਹ ਦੇਖਣਾ ਹੈ ਆਪਾਂ। ਮਹਿੰਦਰ ਸਿੰਘ ਰੰਧਾਵਾ, ਕਰਨੈਲ ਸਿੰਘ ਥਿੰਦ। ਜੇ ਸਾਰਾ ਕੁਝ ਅਸੀਂ ਪੜਿਆ ਹੋਊਗਾ ਤਾਂ ਸਾਨੂੰ ਸਮਝ ਆਊਗਾ ਕਿ ਕਿਹਨੇ ਕੀ ਕੀਤਾ ਹੋਇਆ। ਕਪੂਰ ਸਿੰਘ ਘੁੰਮਣ। ਠੀਕ ਹੈ, ਇਹਨਾਂ ਵਿੱਚੋਂ ਇਹ ਆਪਸ਼ਨ ਸਹੀ ਹੈ। ਕਾਂਗੜੇ ਦੇ ਲੋਕ ਗੀਤ ਮਹਿੰਦਰ ਸਿੰਘ ਰੰਧਾਵਾ, ਇਹ ਵੀ ਗਲਤ ਹੈ, ਇਹ ਵੀ ਗਲਤ ਹੈ ਤੇ ਰੰਗਮੰਚ ਵੀ ਨਹੀਂ ਹੈ। ਠੀਕ ਹੈ, ਇਸ ਦਾ ਉੱਤਰ ਹੋ ਗਿਆ। ਅਗਲਾ ਪ੍ਰਸ਼ਨ, ਲਾਹੌਰ ਪਾਕਿਸਤਾਨ ਤੋਂ ਪੰਜਾਬੀ ਦਾ ਕਿਹੜਾ ਪਰਚਾ ਪ੍ਰਕਾਸ਼ਿਤ ਹੁੰਦਾ ਹੈ? ਤਾਂ ਇਸ ਦਾ ਉੱਤਰ ਹੈ ਖੋਜ। ਅਗਲਾ ਪ੍ਰਸ਼ਨ, ਛਪਾਰ ਦਾ ਮੇਲਾ ਕਿਸ ਨਾਲ ਸੰਬੰਧਿਤ ਹੈ? ਤਾਂ ਇਸ ਦਾ ਉੱਤਰ ਹੈ ਗੁੱਗਾ ਪੀਰ ਨਾਲ। ਕੁਝ ਇੱਕ ਹੋਰ ਆਪਾਂ ਪ੍ਰਸ਼ਨ, ਇੰਪੋਰਟੈਂਟ ਪ੍ਰਸ਼ਨ ਕਰਨ ਲੱਗੇ ਹਾਂ। ਸੂਚੀ 1 ਤੇ ਸੂਚੀ 2 ਦੇ ਅੰਡਰ ਲੈ ਲੈਣੇ ਹਾਂ ਇਹਨਾਂ ਨੂੰ ਵੀ, ਜਿਹਦੇ ਵਿੱਚ ਆ ਗਿਆ पहली ऑप्शन है खोज, सिद्धांत ते बिहार। राइटर दसने हैं इन्हों दे गुरु शब्द, रत्नाकार, महाकोश, महानकोश ते लोकधारा, लोकधारा, विश्वकोश, उस तो बाद गुरु ग्रंथ, गुरु ग्रंथ विश्वकोश। ठीक है, ये आप देखने कि किन्ने किन्ने लिखे। ठीक है, खोज सिद्धांत विहार प्यार सिंह दा है, प्यार सिंह दा है, ये सीधे ही आंसर लिख रही हाँ। गुरु शब्द महान कोश कान सिंह नाभा का है, अपन सबनों ही पता है।
लोकधारा वणजारा बेदी का, लोकधारा विषय कोश वणजारा बेदी का है। ठीक है। ते गुरु ग्रंथ विश्व कोश रतन सिंह जग्गी का, रतन सिंह जग्गी का। अगला प्रश्न है, पंजाबी भाषा वर्तमान स्वरूप तक किवें पहुंचती है? तो इसका उत्तर है वैदिक तो प्रकृता तक, प्रकृता तो अपभ्रंश राही। ठीक है, किवें? वैदिक तो प्रकृता तक, उस तो अपभ्रंश राही। ठीक है, जिहड़ी है साडी वर्तमान स्वरूप तक पंजाबी भाषा पहुंचती है। अगला प्रश्न है, पंजाबी ट्रिब्यून का वर्तमान संपादक कौन मन्निया गया है? तो सुरिंदर सिंह तेज। अगला प्रश्न, उत्तरी लैंदी विच किहड़ी उपभाषा नूं रखिया जांदा है? पोठोहारी विच। अगला प्रश्न, किस नाल टिप्पी ते बिंदी नहीं लगदी? तो इसका उत्तर है ऊ ते ऊ नाल, ऊ ते ऊ नाल टिप्पी ते बिंदी नहीं लगदी। अगला प्रश्न, कणक खेत कुड़ी पेट आ जवाइया मंडे खा दा संबंध किस रूप नाल है? तो यह अखान है, मतलब आखण विच कही जाण वाली गल। अगला प्रश्न, लोक नाट दा सही जुट किहड़ा मन्निया जाऊगा? पहले इहदे विच नौटंकी, ये आपां लिख के करांगे, बहुत इंपॉर्टेंट प्रश्न है। सही जुट दसना है, बहुत बार आ जाता है यह प्रश्न। नौटंकी, नकलां, बाजी, पंजाबी सभ्याचार नाल रिलेटेड गल चल रही है। पुतली तमाशा, नट नटकी या फिर स्वांग, लुकनी मिट्टी, रासलीला, सूत्रधार, नकलां, नुक्कड़ नाटक, ते रामलीला। तो इन्हां विचों सही ऑप्शन है ए वाला, पुतली तमाशा, नट नटकी ते स्वांग पंजाबी सभ्याचार का मेन अंग मन्निया है। अगला प्रश्न, जागो कड्ढण समय जागो नूं सिर ते जां मोढे ते कौन चुकदा है? तो उत्तर है मामी। अगला प्रश्न, वरीणा की है? उत्तर मौत तो साल के अंदर किया जाता अनुष्ठान। ठीक है। अगला प्रश्न, वां दे गहने किहड़े हैं? तो इस विच आरसी, गोखड़ू ते गजरा ऑप्शन दिते हुए हैं ना, कैंठा है, हमेल है, तबीत है। एक नंबर 2 आरसी है, गोखड़ू है या गजरा है। नंबर 3 बिछुआ है, पंजेब है या झांझर है। नंबर 4 मुंदरी है, कलीचड़ी है या छला है। तो इस विचों आरसी, गोखड़ू ते गजरा जो है बांह दे गहने हैं। अगला प्रश्न, लोक साजन का सही जुट किहड़ा है? ऑप्शनस है जिवें ये भी आपां लिख के ही करांगे। लोक साजां दा सही जुट, लोक साजां दा सही जुट आपां देना है। ठीक है, ऑप्शंस देख लो, हारमोनियम, वंजली,
छैने। जे ਆਪਾਂ ਨੂੰ ਇਹ ਆਪਸ਼ਨਸ ਆਏ ਤਾਂ ਇਹ ਚੂਜ਼ ਕਰਨਾ ਹੈ ਆਪਾਂ। रबाब, तबला, बंसी। पंजाबी सभ्याचार नाल जुड़े देखने ने आप सितार, खड़ताल या फिर सारंगी, अलगोजा, ढोलक ते तूंबी। तो इन्हां विचों साडा ऑप्शन ए आंसर सही है, अलगोजा, ढोलक ते तूंबी। अगला प्रश्न, अद्वैतवाद दा सूफी कवियां विचों किस उत्ते वधेरे असर पिया? तो उत्तर है बुल्ले शाह ते। अगला प्रश्न, सूफी दी लक्षणिक विशेषता की है? तो इसका उत्तर है कि वह काले उन दे वस्त्र पाते हैं, रब की रजा विच रहिंदे हैं ते पहली पंक्ति विच बैठते हैं, मतलब रब का नाम जपते हैं, बहुत पवित्र लाइफ बतीत करते हैं। अगला प्रश्न, मुल्तानी उपभाषा का किहड़े सूफी कवियों पर वधेरे असर पिया? तो उत्तर है बाबा शेख फरीद ते गुलाम फरीद उत्ते। अगला प्रश्न, लावा किस गुरु साहिब की रचना है? तो इसका उत्तर है गुरु रामदास जी की, चौथे पातशाह गुरु रामदास जी। अगला प्रश्न, आनंद साहिब किस राग विच है? तो इसका उत्तर है रामकली राग विच। अगला प्रश्न, गुरु ग्रंथ साहिब विच दर्ज बाणीकारां दी गिणती किहड़ी गिणती किन्नी है या किहड़ी सही है? तो इसका उत्तर है 6 गुरु साहिबान, 15 भगत, 11 भट्ट, 4 गुरु घर दे कवि। ठीक है, गुरु घर दे प्यारे। ठीक है, दोबारा रिपीट कर दिया, 6 गुरु साहिबान, 15 भगत, 11 भट्ट ते 4 गुरु घर दे कवि। अगला प्रश्न, सही क्रम दसना है कि केड़ी वार पैल ते आई, फिर अगली है या फिर उस तो अगली है? तो सब तो पहला चंडी की वार है, फिर नादर शाह की वार है, तो फिर चट्ठियां की वार है। अगला प्रश्न, बलवीर सिंह दियां वार्तक रचनावां दा जुट केड़ा है? तो उत्तर है कलम दी करामात, लंबी नज़र ते शुद्ध स्वरूप। अगला प्रश्न है, बलवंत गार्गी दियां रेखा चित्र पुस्तकां दा केड़ा जुट सही है? तो इसका उत्तर है कोडियां वाला सप, निम्म दे पत्ते ते सुरमे वाली अख। अगला प्रश्न है, ए रेफरेंस ग्रामर ऑफ पंजाबी का करता कौन है? तो इसका उत्तर है हरजीत सिंह गिल। उस तो अगला प्रश्न, भाषा विच शब्द ते अर्थ का संबंध की हुंदा है? तो इसका उत्तर है आप खुद। अगला प्रश्न, भाषा ग्रहण की जाती है कितों? समाज विचों। अगला प्रश्न, भाषा की है? अर्थ प्रबंध है, रूपीन प्रबंध है, चिन्ह प्रबंध है या अखर प्रबंध है? तो इस विचों उत्तर आएगा ये चिन्ह प्रबंध है। अगला प्रश्न, पुआधी उपभाषा का व्याकरण किसने तैयार किया? तो इसका पुआधी की गल हो रही है, तो इसका उत्तर है बलबीर सिंह संधू ने। अगला प्रश्न, भाषा की है? यह मनुखी संचार का माध्यम है। अगला प्रश्न, पंजाबी के पहले व्याकरण का करता कौन है? यह आप पहले भी गल कर चुके हैं, विलियम कैरी। अगला प्रश्न, भाषा की है? यह विकास का सिट्टा है। अगला प्रश्न, पंजाबी भाषा विच स्वर धुनियां की गिनती कितनी है? तो 10 है। ये सी कुछ महत्वपूर्ण प्रश्न। उम्मीद है तुहानू क्लास पसंद आई होगी। धन्यवाद।